परमेश्वर ਦਾ ਵਚਨ ਚੰਗਾ ਕਰਦਾ ਹੈ, ਮਨਾਂ ਖਿਆਲਾਂ ਸੋਚਾਂ ਨੂੰ ਸ਼ਾਂਤੀ ਬਖਸ਼ਦਾ ਹੈ। ਉਹੀ ਵਚਨ ਅੱਜ ਵੀ ਜਦੋਂ ਉਚਾਰਿਆ ਜਾਂਦਾ ਹੈ, ਸੁਣਿਆ ਜਾਂਦਾ ਹੈ, ਵਿਸ਼ਵਾਸ ਨਿਸ਼ਚਾ ਸਾਡੇ ਦਿਲਾਂ ਦੇ ਵਿੱਚ, ਸਾਡੀਆਂ ਸੋਚਾਂ ਦੇ ਵਿੱਚ ਵਧਾਉਂਦਾ ਹੈ। ਆਓ ਪ੍ਰਭੂ ਦੇ ਵਚਨਾਂ ਨੂੰ ਸੁਣੀਏ ਤਾਂ ਕਿ ਉਸ ਦੀ ਬਾਣੀ ਸਾਡੇ ਨਾਲ ਗੱਲ ਕਰ ਸਕੇ, ਸਾਨੂੰ ਸਿਖਾ ਸਕੇ, याद दिला सके, साड़ी रहनुमाई अगवाई कर सके, सानू चंगियां कर सके, नरोयां कर सके। प्रभु दे वचन दे विच यशाया नबी दी किताब उसका 41 अध्याय ते 10वीं आयत विच परमेश्वर यहोवा इयों आखदे हन, ना डर मैं तेरे अंग संग जो हाँ, ना घाबर मैं तेरा परमेश्वर जो हाँ, मैं तेनू जोर बख्शांगा, हाँ मैं तेरी सहायता करांगा, मैं तेनू अपने फतेहमंद सज्जे हथ नाल संभाल लवांगा। परमेश्वर दा वचन अज भी सानू डर खौफ तो आज़ाद करन लई ते चंगियां करन लई, शिफावां देण लई आया है। पहला पतरस उसका 2 अध्याय उसकी 24 आयत विच इस प्रकार लिखा होया है, उस आप साडियां पापां नू अपने शरीर विच रुख उत्ते चुक लिया, भाई असी पाप दी वल्लों मर के धर्म दी वल्लों जीवीए, उसे दे मार खाण तो तुसी नरोए कीते गए। यरमिया 33 दी 6 आयत इस प्रकार आखदी है, वेखो मैं इहदे लई औखद अते तंदुरुस्ती लियावांगा, अते मैं इन्हां नू चंगा करांगा, अते मैं इन्हां लई शांति अते सच्चाई वाफर प्रगट करांगा। जबूर 103 उसकी 2 अते 4 पंक्ति इंज बयान करती है, हे मेरी जान यहोवा नू मुबारक आख, अते ओहदे सारे उपकार ना विसार, ओह तेरियां सारियां बुराइयां नू खिमा करदा है, ਉਹ ਸਾਰੇ ਰੋਗਾਂ ਤੋਂ ਤੈਨੂੰ ਨਰੋਇਆ ਕਰਦਾ ਹੈ, ਉਹ ਤੇਰੀ ਜਿੰਦ ਨੂੰ ਟੋਏ ਤੋਂ ਨਿਸਤਾਰਾ ਦਿੰਦਾ ਹੈ, ਉਹ ਤੇਰੇ ਸਿਰ ਉੱਤੇ ਦਇਆ ਤੇ ਰਹਿਮ ਦਾ ਮੁਕਟ ਰੱਖਦਾ ਹੈ। ਯਾਕੂਬ ਦੀ ਪੱਤਰੀ 5ਵਾਂ ਅਧਿਆਇ ਤੇ ਉਸ ਦੀ 15ਵੀਂ ਆਇਤ ਇਸ ਪ੍ਰਕਾਰ ਆਖਦੀ ਹੈ, ਅਤੇ ਪ੍ਰਾਰਥਨਾ ਜਿਹੜੀ ਨਿਸ਼ਚਾ ਨਾਲ ਹੋਵੇ उस बीमार नू बचावेगी, अते प्रभु ओहनू उठा खड़ा करेगा, अते जे ओहने पाप कीते होण तां ओहनू माफ़ कीते जाणगे। इत्थों तक कि 16वीं पंक्ति जिहड़ी यकूब दी 5वें अध्याय दी, वो भी बहुत अच्छा वचन इस तरह आखदी है, इसलिए तुसी आपो विच अपणियां पापां दा इकरार करो अते एक दूए लई प्रार्थना करो, भाई तुसी नरोए हो जाओ। धर्मी पुरख की बेनती तो बहुत असर हुंदा है। जबूर 41 उसकी 3 आयत इस तरह आखदी है, यहोवा ओहदी मांदगी दे मंजे उत्तों ओहनू संभालेगा, तू ओहदी बीमारी दे वेले ओहदा सारा बिस्तरा उल्टा के विछावेगा। जबूर 147 उसकी 3 आयत, ਉਹ ਟੁੱਟੇ ਦਿਲਾਂ ਨੂੰ ਚੰਗਾ ਕਰਦਾ ਹੈ ਅਤੇ ਉਹਨਾਂ ਦੇ ਸੋਗਾਂ ਉੱਤੇ ਪੱਟੀ ਬੰਨ੍ਹਦਾ ਹੈ। ਤੀਸਰਾ ਯਹੂਨਾ ਦੀ ਪੱਤਰੀ 1:2, ਪਿਆਰਿਆ ਮੈਂ ਇਹ ਪ੍ਰਾਰਥਨਾ ਕਰਦਾ ਹਾਂ ਭਈ ਜਿਵੇਂ ਤੇਰੀ ਜਾਨ ਸੁਖ ਸਾਂਦ ਨਾਲ ਹੈ, ਤਿਵੇਂ ਤੂੰ ਸਭਨੀ ਗੱਲੀ ਸੁਖ ਸਾਂਦ ਨਾਲ ਅਤੇ ਨਰੋਇਆ ਰਹੋ। ਕਹਾਵਤਾਂ ਦੀ ਕਿਤਾਬ 17 ਅਧਿਆਇ 22 ਆਇਤ, खुश दिली दवा वांगू चंगी करती है, पर उदास आत्मा हड्डियां नू सकाउंदा है। यरमिया 30 अध्याय 17वीं आयत इस प्रकार आखदी है, क्यों जो मैं तेनू नरोया करांगा, मैं तेरे फट्टां नू वल करांगा। यहोवा दा वाक है, उन्हां ने तेनू जो अशुद्ध आख्या है, हे सियोन है जिहदी कोई परवाह नहीं करदा। भविष्यता सार 7 अध्याय ते 15 आयत, यहोवा तुहाडियां सारियां बीमारियां
ਤੁਹਾਤੋਂ ਦੂਰ ਕਰ ਦੇਵੇਗਾ ਅਤੇ ਮਿਸਰ ਦੇ ਸਾਰੇ ਬੁਰੇ ਰੋਗ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ ਤੁਹਾਨੂੰ ਨਾ ਲਾਵੇਗਾ, ਸਗੋਂ ਉਹ ਉਹਨਾਂ ਉੱਤੇ ਪਾਵੇਗਾ ਜਿਹੜੇ ਤੁਹਾਡੇ ਵੈਰੀ ਹਨ। ਮੱਤੀ 10:8 ਇਸ ਤਰ੍ਹਾਂ ਆਖਦੀ ਹੈ, ਰੋਗੀਆਂ ਨੂੰ ਚੰਗਾ ਕਰੋ, ਮੁਰਦਿਆਂ ਨੂੰ ਜਿਵਾਲੋ, ਕੋੜਿਆਂ ਨੂੰ ਸ਼ੁੱਧ ਕਰੋ, ਭੂਤਾਂ ਨੂੰ ਕੱਢੋ। ਤੁਸੀਂ ਮੁਫਤ ਲਿਆ ਹੈ, ਮੁਫਤ ਹੀ ਦਿਓ। ਫਿਲਿੱਪੀਆਂ 4:19 ਅਤੇ ਮੇਰਾ ਪਰਮੇਸ਼ਰ ਤੇਜ ਵਿੱਚ ਆਪਣੇ ਧਨ ਦੇ ਅਨੁਸਾਰ ਤੁਹਾਡੀ ਹਰੇਕ ਥੋੜ ਨੂੰ ਮਸੀਹ ਯਸੂ ਵਿੱਚ ਸੰਪੂਰਨ ਕਰੇਗਾ। ਜ਼ਬੂਰ 6:2 ਹੈ ਯਹੋਵਾ ਮੇਰੇ ਉੱਤੇ ਦਇਆ ਕਰ, ਕਿਉਂ ਜੋ ਮੈਂ ਕੁਮਲਾ ਰਹਾ ਹਾਂ। ਹੈ ਯਹੋਵਾ ਮੈਨੂੰ ਚੰਗਿਆ ਕਰ, ਕਿਉਂ ਜੋ ਮੇਰੀਆਂ ਹੱਡੀਆਂ ਬਿਆਕਲ ਹਨ। ਕੂਚ 15:26 ਔਰ ਉਹਨੇ ਆਖਿਆ, ਜੇ ਤੁਸੀਂ ਰੀਝ ਨਾਲ ਯਹੋਵਾ ਆਪਣੇ ਪਰਮੇਸ਼ਰ ਦੀ ਆਵਾਜ਼ ਸੁਣੋਗੇ ਔਰ ਜਿਹੜਾ ਉਹ ਦੀ ਅੱਖਾਂ ਵਿੱਚ ਪੜਾ ਹੈ ਤੁਸੀਂ ਉਹ ਕਰੋਗੇ ਔਰ ਉਹਦੇ ਹੁਕਮਾਂ ਉੱਤੇ ਕੰਨ ਲਾਓਗੇ ਔਰ ਉਹਦੀਆਂ ਸਾਰੀਆਂ ਵਿਧੀਆਂ ਨੂੰ ਮੰਨੋਗੇ, ਤਾਂ ਜਿਹੜੀਆਂ ਬਿਮਾਰੀਆਂ ਮੈਂ ਮਿਸਰੀਆਂ ਉੱਤੇ ਪਾਈਆਂ ਹਨ ਤੁਹਾਡੇ ਉੱਤੇ ਨਹੀਂ ਪਾਵਾਂਗਾ, ਕਿਉਂ ਜੋ ਮੈਂ ਯਹੋਵਾ ਤੁਹਾਨੂੰ ਨਿਰੋਆ ਕਰਨ ਵਾਲਾ ਹਾਂ। ਰਸੂਲਾਂ ਦੇ ਕਰਤੱਵ 4:30 ਜਦੋਂ ਤੂੰ ਆਪਣਾ ਹੱਥ ਚੰਗਾ ਕਰਨ ਨੂੰ ਲੰਮਾ ਕਰੇ ਅਤੇ ਤੇਰੇ ਪਵਿੱਤਰ ਸੇਵਕ ਯਸੂ ਦੇ ਨਾਮ ਤੋਂ ਨਿਸ਼ਾਨ ਅਤੇ ਅਚੰਭੇ ਪ੍ਰਗਟ ਹੋਣ। ਕਹਾਵਤਾਂ 3:5-8 ਵਿੱਚ ਇਸ ਪ੍ਰਕਾਰ ਲਿਖਿਆ ਹੈ, ਆਪਣੇ ਪੂਰੇ ਦਿਲ ਨਾਲ ਯਹੋਵਾ ਉੱਤੇ ਭਰੋਸਾ ਰੱਖ ਅਤੇ ਆਪਣੀ ਹੀ ਸਮਝ ਉੱਤੇ ਇਤਬਾਰ ਨਾ ਕਰ। ਆਪਣੇ ਸਾਰੇ ਰਾਹਾਂ ਵਿੱਚ ਉਹਨੂੰ ਪਛਾਣ ਅਤੇ ਉਹ ਤੇਰੇ ਮਾਰਗਾਂ ਨੂੰ ਸਿੱਧਾ ਕਰੇਗਾ। ਤੂੰ ਆਪਣੀ ਨਿਗਾਹ ਵਿੱਚ ਬੁੱਧਵਾਨ ਨਾ ਹੋ, ਯਹੋਵਾ ਦਾ ਭੈ ਰੱਖ ਅਤੇ ਬੁਰਾਈ ਤੋਂ ਲਾਂਭੇ ਰਹੋ। ਇਸ ਤੋਂ ਤੇਰੀ ਨਾਭੀ ਨਿਰੋਗ ਅਤੇ ਤੇਰੀਆਂ ਹੱਡੀਆਂ ਪੁਸ਼ਟ ਰਹਿਣਗੀਆਂ। ਇਬਰਾਨੀਆਂ 11:6 ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਅਤੇ ਨਿਹਚਾ ਬਾਝੋਂ ਉਹਦੇ ਮਨ ਨੂੰ ਪਾਉਣਾ ਅਣਹਾਉਣਾ ਹੈ, ਕਿਉਂ ਜੋ ਜਿਹੜਾ ਪਰਮੇਸ਼ਰ ਦੀ ਵੱਲ ਆਉਂਦਾ ਹੈ ਉਹਨੂੰ ਪ੍ਰਤੀਤ ਕਰਨੀ ਚਾਹੀਦੀ ਹੈ ਭਈ ਉਹ ਹੈ, ਨਾਲ ਇਹ ਬਈ ਉਹ ਆਪਣੇ ਤਾਲਬਾਂ ਦਾ ਫਲ ਦਾਤਾ ਹੈ। ਯਸ਼ਾਇਆ 54:17 ਵਿੱਚ ਲਿਖਿਆ ਹੈ, ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਿਕੰਮਾ ਹੋਵੇਗਾ, ਹਰ ਜੀਭ ਨੂੰ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇਗੀ ਤੂੰ ਦੋਸ਼ੀ ਠਹਿਰਾਵੇਂਗੀ। ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਅਤੇ ਉਹਨਾਂ ਦਾ ਧਰਮ ਮੈਥੋਂ ਹੈ, ਯਹੋਵਾ ਦਾ ਵਾਕ ਹੈ। ਕਹਾਵਤਾਂ 16:24 ਸ਼ੁਭ ਬਚਨ ਮਖੀਰ ਦੀ ਛੱਲੀ ਵਾਂਗ ਹਨ, ਉਹ ਜੀਭ ਨੂੰ ਮਿੱਠੇ ਲੱਗਦੇ ਅਤੇ ਹੱਡੀਆਂ ਨੂੰ ਸਿਹਤ ਦਿੰਦੇ ਹਨ। ਲੂਕਾ 14:18 ਪ੍ਰਭੂ ਦਾ ਆਤਮਾ ਮੇਰੇ ਉੱਤੇ ਹੈ, ਇਸ ਲਈ ਜੋ ਉਹਨੇ ਮੈਨੂੰ ਮਸਾ ਕੀਤਾ ਭਾਈ ਗਰੀਬਾਂ ਨੂੰ ਖੁਸ਼ਖਬਰੀ ਸੁਣਾਵਾਂ। ਉਸ ਮੈਨੂੰ ਘੱਲਿਆ ਹੈ ਭਾਈ ਬੰਧੂਆਂ ਨੂੰ ਛੁੱਟਣ ਅਤੇ ਅੰਨ੍ਹਿਆਂ ਨੂੰ ਵੇਖਣ ਦਾ ਪ੍ਰਚਾਰ ਕਰਾਂ ਅਤੇ ਕੁਚਲਿਆਂ ਹੋਇਆਂ ਨੂੰ ਛੁਡਾਵਾਂ। ਮੱਤੀ 11:28 ਸਾਰੇ ਥੱਕੇ ਹੋਇਓ ਅਤੇ ਭਾਰ ਹੇਠ ਦੱਬੇ ਹੋਇਓ ਮੇਰੇ ਕੋਲ ਆਓ ਤਾਂ ਮੈਂ ਤੁਹਾਨੂੰ ਆਰਾਮ ਦਿਆਂਗਾ। ਇਬਰਾਨੀਆਂ 13:8 ਯਿਸੂ ਮਸੀਹ ਕੱਲ੍ਹ ਅਤੇ ਅੱਜ ਅਤੇ ਜੁਗੋ ਜੁਗ ਇੱਕੋ ਜਿਹਾ ਹੈ। ਯਸ਼ਾਇਆ 57:18 ਮੈਂ ਉਸ ਦੇ ਰਾਹ ਵੇਖੇ ਅਤੇ ਮੈਂ ਉਹਨੂੰ ਚੰਗਾ ਕਰਾਂਗਾ, ਮੈਂ ਉਹਦੀ ਅਗਵਾਈ ਕਰਾਂਗਾ ਅਤੇ ਉਹਨੂੰ ਔਰ ਉਹਦੇ ਦਰਦੀਆਂ ਨੂੰ ਤਸੱਲੀਆਂ ਬਖਸ਼ਾਂਗਾ। ਮੈਂ ਬੁੱਲਾਂ ਦਾ ਫਲ ਉਤਪੰਨ ਕਰਦਾ ਹਾਂ, ਦੂਰ ਵਾਲੇ ਲਈ ਔਰ ਨੇੜੇ ਵਾਲੇ ਲਈ ਸ਼ਾਂਤੀ ਸ਼ਾਂਤੀ। ਯਹੋਵਾ ਆਖਦਾ ਹੈ ਮੈਂ ਉਹਨੂੰ ਚੰਗਾ ਕਰਾਂਗਾ। ਯਹੂਨਾ 10:10 ਵਿੱਚ ਲਿਖਿਆ ਹੈ, ਚੋਰ ਨਹੀਂ ਆਉਂਦਾ ਪਰ ਇਸ ਲਈ ਜੋ ਚੁਰਾਵੇ ਔਰ ਵੱਢੇ ਅਤੇ ਨਾਸ ਕਰੇ। ਮੈਂ ਇਸ ਲਈ ਆਇਆ ਹਾਂ ਭਈ ਉਹਨੂੰ ਜਿਉਣ ਮਿਲੇ, ਸਗੋਂ ਚੋਖਾ ਜੀਵਨ ਮਿਲੇ। ਪ੍ਰਭੂ ਯਿਸੂ ਮਸੀਹ ਸਾਨੂੰ ਚੋਖਾ ਪਰਿਆਪਤ ਜੀਵਨ ਦੇਣ ਲਈ ਆਏ ਹਨ। ਦੂਸਰਾ ਇਤਿਹਾਸ 7ਵਾਂ ਅਧਿਆਇ ਉਸ ਦੀ 14 ਆਇਤ ਵਿੱਚ ਲਿਖਿਆ ਹੋਇਆ ਹੈ, ਅਤੇ ਜੇ ਮੇਰੀ ਪ੍ਰਜਾ ਜੋ ਮੇਰੇ ਨਾਮ ਤੇ ਅਖਵਾਉਂਦੀ ਹੈ ਅਧੀਨ ਹੋ ਕੇ ਪ੍ਰਾਰਥਨਾ ਕਰੇ ਅਤੇ ਮੇਰੇ ਦਰਸ਼ਨ ਦੀ ਚਾਹਵੰਦ ਹੋਵੇ ਅਤੇ ਆਪਣੇ ਭੈੜੇ ਰਾਹਾਂ ਤੋਂ ਮੁੜੇ, ਤਾਂ ਮੈਂ ਸਵਰਗ ਉੱਤੋਂ ਸੁਣ ਕੇ ਉਹਨਾਂ ਦੇ ਪਾਪ ਖਿਮਾ ਕਰਾਂਗਾ ਅਤੇ ਉਹਨਾਂ ਦੇ ਦੇਸ਼ ਨੂੰ ਬਹਾਲ ਕਰ ਦਿਆਂਗਾ।
ਮੱਤੀ 4:23 ਦੇ ਵਿੱਚ ਇਸ ਤਰ੍ਹਾਂ ਲਿਖਿਆ ਹੋਇਆ ਹੈ, ਯਿਸੂ ਸਾਰੀ ਗਲੀਲ ਵਿੱਚ ਫਿਰਦਾ ਹੋਇਆ ਉਹਨਾਂ ਦੀਆਂ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਅਤੇ ਲੋਕਾਂ ਵਿੱਚੋਂ ਸਾਰੇ ਰੋਗ ਅਤੇ ਸਾਰੀ ਮਾਂਦਗੀ ਨੂੰ ਹਟਾਉਂਦਾ ਸੀ। ਦੂਸਰਾ ਕਰੰਥੀਆਂ ਉਸ ਦਾ 12 ਅਧਿਆਇ ਉਸ ਦੀ 9ਵੀਂ ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਅਤੇ ਉਹਨੇ ਮੈਨੂੰ ਆਖਿਆ, ਭਈ ਮੇਰੀ ਕਿਰਪਾ ਹੀ ਤੇਰੇ ਲਈ ਬਥੇਰੀ ਹੈ, ਕਿਉਂ ਜੋ ਮੇਰੀ ਸਮਰੱਥਾ ਨਿਰਬਲਤਾਈ ਵਿੱਚ ਪੂਰੀ ਹੁੰਦੀ ਹੈ। ਇਸ ਲਈ ਮੈਂ ਆਪਣੀਆਂ ਨਿਰਬਲਤਾਈਆਂ ਉੱਤੇ ਅਤ ਆਨੰਦ ਨਾਲ ਅਭਿਮਾਨ ਕਰਾਂਗਾ, ਤਾਂ ਜੋ ਮਸੀਹ ਦੀ ਸਮਰੱਥਾ ਮੇਰੇ ਉੱਤੇ ਸਾਇਆ ਕਰੇ। ਰਸੂਲਾਂ ਦੇ ਕਰਤੱਵ 10ਵਾਂ ਅਧਿਆਇ ਉਸ ਦੀ 38 ਪੰਕਤੀ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਅਰਥਾਤ ਯਸੂ ਨਾਸਰੀ ਭਾਈ ਪਰਮੇਸ਼ਰ ਨੇ ਕਿਸ ਬਿਧ ਨਾਲ ਉਹਨੂੰ ਪਵਿੱਤਰ ਆਤਮਾ ਅਤੇ ਸਮਰੱਥਾ ਨਾਲ ਮੱਸਾ ਕੀਤਾ, ਜੋ ਉਹ ਭਲਾ ਕਰਦਾ ਅਤੇ ਸਭਨਾਂ ਨੂੰ ਜੋ ਸ਼ੈਤਾਨ ਦੇ ਕਾਬੂ ਕੀਤੇ ਹੋਏ ਸਨ ਚੰਗਾ ਕਰਦਾ ਫਿਰਿਆ, ਕਿਉਂ ਜੋ ਪਰਮੇਸ਼ਰ ਉਹਦੇ ਨਾਲ ਸੀ। ਮੱਤੀ 9 ਅਧਿਆਇ 35 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੈ, ਯਸੂ ਉਹਨਾਂ ਦੇ ਸਮਾਜਾਂ ਵਿੱਚ ਉਪਦੇਸ਼ ਦਿੰਦਾ ਅਤੇ ਰਾਜ ਦੀ ਖੁਸ਼ਖਬਰੀ ਦਾ ਪ੍ਰਚਾਰ ਕਰਦਾ ਹੋਇਆ ਸਾਰੇ ਰੋਗ ਅਤੇ ਸਾਰੀ ਮਾਂਦਗੀ ਦੂਰ ਕਰਦਾ ਹੋਇਆ ਸਰਬੱਤ ਨਗਰਾਂ ਅਤੇ ਪਿੰਡਾਂ ਵਿੱਚ ਫਿਰਿਆ। ਜ਼ਬੂਰ 119 ਦੀ 50, ਇਹੀ ਮੇਰੇ ਦੁੱਖ ਵਿੱਚ ਮੇਰੀ ਤਸੱਲੀ ਹੈ, ਭਈ ਤੇਰੇ ਬਚਨ ਨੇ ਮੈਨੂੰ ਜਵਾਲਿਆ ਹੈ। ਜ਼ਬੂਰ 30 ਦੀ 2, ਹੈ ਯਹੋਵਾ ਮੇਰੇ ਪਰਮੇਸ਼ਰ, ਮੈਂ ਤੇਰੀ ਦੁਹਾਈ ਦਿੱਤੀ ਅਤੇ ਤੈਂ ਮੈਨੂੰ ਚੰਗਿਆ ਕੀਤਾ। ਪਤਰਸ ਦੀ ਪਹਿਲੀ ਪੱਤਰੀ ਉਸ ਦਾ 2 ਅਧਿਆਇ ਅਤੇ 24 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਉਸ ਆਪ ਸਾਡਿਆਂ ਪਾਪਾਂ ਨੂੰ ਆਪਣੇ ਸਰੀਰ ਵਿੱਚ ਰੁੱਖ ਉੱਤੇ ਚੁੱਕ ਲਿਆ, ਭਈ ਅਸੀਂ ਪਾਪ ਦੀ ਵੱਲੋਂ ਮਰ ਕੇ ਧਰਮ ਦੀ ਵੱਲੋਂ ਜੀਵੀਏ। ਉਸੇ ਦੇ ਮਾਰ ਖਾਣ ਤੋਂ ਤੁਸੀਂ ਨਰੋਏ ਕੀਤੇ ਗਏ। ਕੂਚ 23 ਅਧਿਆਇ ਤੇ ਉਸ ਦੀ 25 ਆਇਤ ਵਿੱਚ ਇਸ ਪ੍ਰਕਾਰ ਲਿਖਿਆ ਹੋਇਆ ਹੈ, ਤੁਸੀਂ ਯਹੋਵਾ ਆਪਣੇ ਪਰਮੇਸ਼ਰ ਦੀ ਉਪਾਸਨਾ ਕਰੋ ਅਤੇ ਉਹ ਤੁਹਾਡੀ ਰੋਟੀ ਅਤੇ ਤੁਹਾਡੇ ਪਾਣੀ ਨੂੰ ਬਰਕਤ ਦੇਵੇਗਾ ਅਤੇ ਮੈਂ ਤੁਹਾਡੇ ਵਿੱਚੋਂ ਬਿਮਾਰੀ ਕੱਢ ਦਿਆਂਗਾ। ਮਲਾਕੀ 4 ਦੀ 2, ਪਰ ਤੁਹਾਡੇ ਲਈ ਜਿਹੜੇ ਮੇਰੇ ਨਾਮ ਦਾ ਭੈ ਮੰਨਦੇ ਹੋ, ਧਰਮ ਦਾ ਸੂਰਜ ਚੜ੍ਹੇਗਾ ਅਤੇ ਉਹਦੀਆਂ ਕਿਰਨਾਂ ਵਿੱਚ ਸ਼ਿਫਾ ਹੋਵੇਗੀ। ਤੁਸੀਂ ਵਾੜੇ ਦੇ ਵੱਛਿਆਂ ਵਾਂਗੂ ਬਾਹਰ ਨਿਕਲੋਗੇ ਅਤੇ ਕੁੱਦੋਗੇ। ਜ਼ਬੂਰ 41 ਦੀ 1, ਧਨ ਹੈ ਉਹ ਜਿਹੜਾ ਗਰੀਬ ਦੀ ਸੁੱਧ ਲੈਂਦਾ ਹੈ, ਯਹੋਵਾ ਉਹਨੂੰ ਬੁਰਾਈ ਦੇ ਵੇਲੇ ਛੁਡਾਏਗਾ। ਯਹੋਵਾ ਉਹਦੀ ਪਾਲਣਾ ਕਰੇਗਾ ਅਤੇ ਉਹਨੂੰ ਜਿਉਂਦਾ ਕਰੇਗਾ ਅਤੇ ਉਹ ਧਰਤੀ ਉੱਤੇ ਧਨ ਹੋਵੇਗਾ। ਤੂੰ ਉਹਨੂੰ ਉਹਦੇ ਵੈਰੀਆਂ ਦੀ ਇੱਛਾ ਉੱਤੇ ਨਾ ਛੱਡੇਗਾ। ਯਹੋਵਾ ਉਹਦੀ ਮਾਂਦਗੀ ਦੇ ਮੰਜੇ ਉੱਤੋਂ ਉਹਨੂੰ ਸੰਭਾਲੇਗਾ। ਤੂੰ ਉਹਦੀ ਬਿਮਾਰੀ ਦੇ ਵੇਲੇ ਉਹਦਾ ਸਾਰਾ ਬਿਸਤਰਾ ਉਲਟਾ ਕੇ ਵਿਛਾਵੇਗਾ। ਅਯੂਬ 5 ਦੀ 17, ਵੇਖ ਧਨ ਹੈ ਉਹ ਆਦਮੀ ਜਿਹਨੂੰ ਪਰਮੇਸ਼ਰ ਦਬਕਾਉਂਦਾ ਹੈ, ਜੋ ਸਰਬ ਸ਼ਕਤੀਮਾਨ ਦੀ ਤਾੜ ਨੂੰ ਤੁੱਛ ਨਾ ਜਾਣ। ਅਯੂਬ 5 ਦੀ 18, ਉਹ ਤਾਂ ਘਾਇਲ ਕਰਦਾ ਫਿਰ ਪੱਟੀ ਬਣਦਾ ਹੈ, ਉਹ ਸੱਟ ਲਾਉਂਦਾ ਫਿਰ ਉਹਦੇ ਹੱਥ ਚੰਗਾ ਕਰਦੇ ਹਨ। ਲੂਕਾ 9 ਦੀ 11, ਪਰ ਲੋਕ ਇਹ ਮਾਲੂਮ ਕਰਕੇ ਉਹਦੇ ਮਗਰ ਤੁਰ ਪਏ ਅਤੇ ਉਸ ਨੇ ਉਹਨਾਂ ਨੂੰ ਕਬੂਲ ਕਰਕੇ ਪਰਮੇਸ਼ਰ ਦੇ ਰਾਜ ਵਿਖੇ ਉਹਨਾਂ ਨਾਲ ਗੱਲਾਂ ਕੀਤੀਆਂ ਅਤੇ ਜਿਨ੍ਹਾਂ ਨੂੰ ਚੰਗਿਆਂ ਹੋਣ ਦੀ ਲੋੜ ਸੀ ਉਹਨਾਂ ਨੂੰ ਚੰਗੇ ਕੀਤਾ। ਜ਼ਬੂਰਾਂ ਦੀ ਪੋਥੀ 34 ਅਧਿਆਇ 6ਵੀਂ ਆਇਤ, ਇਸ ਮਸਕੀਨ ਨੇ ਪੁਕਾਰਿਆ ਅਤੇ ਯਹੋਵਾ ਨੇ ਸੁਣਿਆ ਅਤੇ ਉਹਦਿਆਂ ਸਾਰਿਆਂ ਦੁੱਖਾਂ ਤੋਂ ਉਹਨੂੰ ਬਚਾ ਲਿਆ। ਗਿਣਤੀ 6 ਦੀ 25, ਯਹੋਵਾ ਆਪਣੇ ਮੁਖੜੇ ਨੂੰ ਤੇਰੇ ਉੱਤੇ ਚਮਕਾਵੇ ਅਤੇ ਤੇਰੇ ਉੱਤੇ ਦਇਆ ਕਰੇ। ਯਹੋਵਾ ਆਪਣਾ ਮੁਖੜਾ ਤੇਰੀ ਵੱਲ ਫੇਰੇ ਅਤੇ ਤੈਨੂੰ ਸ਼ਾਂਤੀ ਦੇਵੇ। ਇਉਂ ਉਹ ਮੇਰਾ ਨਾਮ ਇਸਰਾਏਲੀਆਂ ਉੱਤੇ ਰੱਖਣ ਅਤੇ ਮੈਂ ਉਹਨਾਂ ਨੂੰ ਬਰਕਤ ਦਿਆਂਗਾ। ਜ਼ਬੂਰ 119 71 ਆਇਤ, ਮੇਰੇ ਲਈ ਭਲਾ ਹੈ ਕਿ ਮੈਂ ਦੁਖੀ ਹੋਇਆ ਤਾਂ ਜੋ ਤੇਰੀਆਂ ਵਿਧੀਆਂ ਨੂੰ ਸਿੱਖਾਂ।
ਯਸ਼ਾਇਆ 53 ਅਧਿਆਇ 4 ਆਇਤ। ਸੱਚਮੁੱਚ ਉਹਨੇ ਸਾਡੇ ਗਮ ਚੁੱਕ ਲਏ ਅਤੇ ਸਾਡੇ ਦੁੱਖ ਉਠਾਏ, ਪਰ ਅਸਾਂ ਉਸ ਨੂੰ ਮਾਰਿਆ ਹੋਇਆ, ਪਰਮੇਸ਼ਰ ਦਾ ਕੁੱਟਿਆ ਹੋਇਆ ਅਤੇ ਭੰਨਿਆ ਹੋਇਆ ਸਮਝਿਆ। ਪਰ ਉਹ ਸਾਡੇ ਅਪਰਾਧਾਂ ਲਈ ਘਾਇਲ ਕੀਤਾ ਗਿਆ, ਸਾਡੀਆਂ ਬਦੀਆਂ ਦੇ ਕਾਰਨ ਕੁਚਲਿਆ ਗਿਆ। ਸਾਡੀ ਸ਼ਾਂਤੀ ਲਈ ਉਸ ਉੱਤੇ ਤਾੜਨਾ ਹੋਈ ਅਤੇ ਉਸੇ ਦੇ ਮਾਰ ਖਾਣ ਤੋਂ ਅਸੀਂ ਨਰੋਏ ਕੀਤੇ ਗਏ। ਯਸ਼ਾਇਆ 55 ਅਧਿਆਇ ਉਸ ਦੀ 10ਵੀਂ ਆਇਤ। ਜਿਵੇਂ ਤਾਂ ਵਰਖਾ ਅਤੇ ਬਰਫ਼ ਆਕਾਸ਼ ਤੋਂ ਪੈਂਦੀ ਹੈ ਅਤੇ ਉੱਥੇ ਨੂੰ ਮੁੜ ਨਹੀਂ ਜਾਂਦੀ, ਸਗੋਂ ਧਰਤੀ ਨੂੰ ਸਿੰਜ ਕੇ ਉਸ ਨੂੰ ਜਮਾਉਂਦੀ ਅਤੇ ਖੜਾਉਂਦੀ ਹੈ, ਇਉਂ ਬੀਜਣ ਵਾਲੇ ਨੂੰ ਬੀ ਅਤੇ ਖਾਣ ਵਾਲੇ ਨੂੰ ਰੋਟੀ ਦਿੰਦੀ ਹੈ, ਤਿਵੇਂ ਮੇਰਾ ਬਚਨ ਹੋਵੇਗਾ ਜੋ ਮੇਰੇ ਮੂੰਹੋਂ ਨਿਕਲਦਾ ਹੈ। ਉਹ ਮੇਰੀ ਵੱਲ ਅਵਰਥਾ ਨਹੀਂ ਮੁੜੇਗਾ, ਪਰ ਜੋ ਮੈਂ ਠਾਣਿਆ ਉਸ ਨੂੰ ਪੂਰਾ ਕਰੇਗਾ ਅਤੇ ਜਿਸ ਲਈ ਮੈਂ ਕੱਲਿਆ ਉਸ ਵਿੱਚ ਸਫਲ ਹੋਵੇਗਾ। ਮੱਤੀ 14 ਦੀ 14। ਅਤੇ ਉਸ ਨੇ ਨਿਕਲ ਕੇ ਵੱਡੀ ਭੀੜ ਵੇਖੀ ਔਰ ਉਹਨਾਂ ਉੱਤੇ ਤਰਸ ਖਾ ਕੇ ਉਹਨਾਂ ਦੇ ਰੋਗੀਆਂ ਨੂੰ ਚੰਗਾ ਕੀਤਾ। ਲੂਕਾ 10 ਅਧਿਆਇ ਉਸ ਦੀ 19 ਆਇਤ। ਵੇਖੋ, ਮੈਂ ਤੁਹਾਨੂੰ ਸੱਪਾਂ ਅਤੇ ਠੂੰਹਿਆਂ ਦੇ ਲਤਾੜਨ ਦਾ ਔਰ ਵੈਰੀ ਦੀ ਸਾਰੀ ਸ਼ਕਤੀ ਉੱਤੇ ਇਖਤਿਆਰ ਦਿੱਤਾ ਹੈ ਅਤੇ ਕੋਈ ਵੀ ਚੀਜ਼ ਤੁਹਾਡਾ ਨੁਕਸਾਨ ਨਾ ਕਰੇਗੀ। ਪਰ ਇਸ ਤੋਂ ਆਨੰਦ ਨਾ ਹੋਵੋ ਕਿ ਰੂਹਾਂ ਤੁਹਾਡੇ ਵੱਸ ਵਿੱਚ ਹਨ, ਪਰ ਇਸ ਤੋਂ ਆਨੰਦ ਹੋਵੋ ਭਾਈ ਤੁਹਾਡੇ ਨਾਂ ਸਵਰਗ ਵਿੱਚ ਲਿਖੇ ਹੋਏ ਹਨ। ਲੂਕਾ 6 ਦੀ 18। ਅਤੇ ਜਿਹੜੇ ਭ੍ਰਿਸ਼ਟ ਆਤਮਿਆਂ ਤੋਂ ਦੁਖੀ ਸਨ ਉਹ ਚੰਗੇ ਕੀਤੇ ਗਏ, ਔਰ ਸਾਰੇ ਲੋਕ ਉਹ ਨੂੰ ਛੂਹਣਾ ਚਾਹੁੰਦੇ ਸਨ, ਇਸ ਲਈ ਜੋ ਸ਼ਕਤੀ ਉਸ ਤੋਂ ਨਿਕਲ ਕੇ ਸਭਨਾਂ ਨੂੰ ਚੰਗਾ ਕਰਦੀ ਸੀ। 16 ਦੀ 16 ਵਿੱਚ ਲਿਖਿਆ ਹੈ, ਤੁਸੀਂ ਬਿਮਾਰਾਂ ਉੱਤੇ ਹੱਥ ਰੱਖੋਗੇ ਅਤੇ ਬਿਮਾਰ ਚੰਗੇ ਹੋ ਜਾਣਗੇ। ਅਤੇ ਪ੍ਰਭੂ ਯਿਸੂ ਦਾ ਸਾਮਰਥ ਸ਼ਕਤੀ ਅੱਜ ਵੀ ਬਿਮਾਰਾਂ ਨੂੰ ਚੰਗਾ ਕਰਨ ਲਈ, ਨਰੋਇਆ ਕਰਨ ਲਈ, ਸ਼ਾਂਤੀ ਬਖਸ਼ਣ ਲਈ, ਛੁਟਕਾਰਾ ਦੇਣ ਲਈ, ਆਜ਼ਾਦ ਕਰਨ ਲਈ ਹਾਜ਼ਰ ਹੈ। ਜਦੋਂ ਅਸੀਂ ਨਿਸ਼ਚਾ ਦੇ ਨਾਲ, ਵਿਸ਼ਵਾਸ ਦੇ ਨਾਲ ਇਹਨਾਂ ਸ਼ਬਦਾਂ ਨੂੰ ਆਪਣੀ ਜ਼ਿੰਦਗੀ ਦੇ ਵਿੱਚ ਉਤਾਰਦੇ ਹਾਂ, ਸੁਣਦੇ ਹਾਂ, ਵਿਸ਼ਵਾਸ ਕਰਕੇ ਨਿਸ਼ਚਾ ਦੇ ਨਾਲ ਅਸੀਂ ਇਸ ਨੂੰ ਆਪਣੀ ਜ਼ਿੰਦਗੀ ਦਾ ਹਿੱਸਾ ਬਣਾਉਂਦੇ ਹਾਂ। ਪ੍ਰਭੂ ਇਹਨਾਂ ਵਚਨਾਂ ਦੇ ਰਾਹੀਂ ਸਾਡੇ ਨਾਲ ਗੱਲਬਾਤ ਕਰਦੇ ਹਨ, ਸਾਨੂੰ ਆਜ਼ਾਦ ਕਰਦੇ ਹਨ, ਛੁਟਕਾਰਾ ਦਿੰਦੇ ਹਨ। ਯਿਸੂ ਜੀ ਦੇ ਵਚਨ ਤੁਹਾਨੂੰ ਆਜ਼ਾਦ ਕਰਨ, ਠੀਕ ਕਰਨ, ਨਰੋਇਆ ਕਰਨ, ਚੰਗਿਆ ਕਰਨ, ਸ਼ਾਂਤੀ ਬਖਸ਼ਣ। ਪ੍ਰਭੂ ਯਿਸੂ ਦੀ ਆਤਮਾ ਤੁਹਾਡੇ ਨਾਲ ਨਾਲ ਤੁਹਾਡੇ ਦਿਲ 'ਚ ਖਿਆਲਾਂ, ਸੋਚਾਂ, ਸਰੀਰ ਅਤੇ ਰੂਹ ਦੇ ਵਿੱਚ ਕੰਮ ਕਰੇ। ਪ੍ਰਭੂ ਯਿਸੂ ਮਸੀਹ ਦੇ ਵਸੀਲੇ ਪ੍ਰਾਰਥਨਾ ਮੰਗਦੇ ਹਾਂ, ਆਮੀਨ।